ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ ਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ। ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ-ਬਹੁਤ ਸਵਾਗਤ ਹੈ ਡੱਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ। ਸੋ ਡੱਲਾ ਜੀ, ਪੰਜਾਬ ਦੇ ਵਿੱਚ ਬਿਜਲੀ ਮਹਿੰਗੀ ਕਰਨ ਦਾ ਜਿਹੜਾ ਫੈਸਲਾ ਲਿਆ ਗਿਆ ਉਸ ਤੋਂ ਬਾਅਦ ਸਿਆਸਤ ਫਿਰ ਤੋਂ ਜੋ ਹੈ ਭਖਦੀ ਨਜ਼ਰ ਆ ਰਹੀ ਹੈ, ਕਿਉਂਕਿ ਅਗਰ ਆਪਾਂ ਹਾਲ ਹੀ ਵਿੱਚ ਜਲੰਧਰ ਜ਼ਿਮਨੀ ਚੋਣਾਂ ਦੀ ਗੱਲ ਕਰੀਏ ਤਾਂ ਮੁਫਤ ਬਿਜਲੀ ਨੂੰ ਲੈ ਕੇ ਹੀ ਆਮ ਆਦਮੀ ਪਾਰਟੀ ਦੀ ਜਿੱਤ ਇੱਥੇ ਜ਼ਰੂਰ ਨਜ਼ਰ ਆਈ ਸੀ। ਸੋ ਹੁਣ ਜੋ ਹੈ ਬਹੁਤ ਹੀ ਜ਼ਿਆਦਾ ਇਲਜ਼ਾਮ ਵਿਰੋਧੀ ਪਾਰਟੀਆਂ ਵੱਲੋਂ ਵੀ ਲੱਗ ਰਹੇ ਨੇ, ਕਿਉਂਕਿ ਜਲੰਧਰ ਜ਼ਿਮਨੀ ਚੋਣ ਦਾ ਜਿਹੜਾ ਰਿਜ਼ਲਟ ਹੈ ਕਿਤੇ ਨਾ ਕਿਤੇ ਉਸ ਨੂੰ ਮੁਫਤ ਬਿਜਲੀ ਦੇ ਉੱਪਰ ਜ਼ਰੂਰ ਆਧਾਰ ਮੰਨ ਕੇ ਵੇਖਿਆ ਜਾ ਰਿਹਾ ਸੀ। ਸੋ ਹੁਣ ਜਿਹੜੇ ਵਿਰੋਧੀਆਂ ਦੇ ਇਲਜ਼ਾਮ ਆਮ ਆਦਮੀ ਪਾਰਟੀ ਦੇ ਉੱਪਰ ਲਗਾਏ ਜਾ ਰਹੇ ਨੇ ਕਿ ਪੰਜਾਬੀਆਂ ਦੇ ਨਾਲ ਧੋਖਾ ਕੀਤਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ, ਤੇ ਇਸ ਸਭ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ? ਹਾਲਾਂਕਿ ਨਵਜੋਤ ਸਿੰਘ ਸਿੱਧੂ ਦੀ ਵੀ ਗੱਲ ਕਰੀਏ, ਉਹਨਾਂ ਨੇ ਵੀ ਟਵੀਟ ਕੀਤਾ ਹੈ ਸਰਕਾਰ ਦੇ ਇਸ ਫੈਸਲੇ ਦੇ ਖਿਲਾਫ। ਉਧਰ ਭਗਵੰਤ ਮਾਨ ਨੇ ਵੀ ਟਵੀਟ ਕੀਤਾ ਹੈ ਅਤੇ ਇਹ ਗੱਲ ਉਹਨਾਂ ਨੇ ਕਹੀ ਹੈ ਕਿ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਦੇ ਉੱਪਰ ਇਹ ਬੋਝ ਹੁਣ ਨਹੀਂ ਪਏਗਾ ਜਿਹੜੇ ਮਹਿੰਗੀ ਬਿਜਲੀ ਦਾ। ਸੋ ਪੂਰੀ ਕਲੈਰਿਟੀ ਇਸ ਮਾਮਲੇ ਤੇ ਜ਼ਰੂਰ ਤੁਹਾਡੇ ਤੋਂ ਜਾਣਨਾ ਚਾਹਾਂਗੇ, ਕਿਉਂਕਿ ਅਕਾਲੀ ਦਲ ਨੇ, ਭਾਰਤੀ ਜਨਤਾ ਪਾਰਟੀ ਨੇ, ਸਾਰੀਆਂ ਵਿਰੋਧੀਆਂ ਪਾਰਟੀਆਂ ਕੁੱਲ ਮਿਲਾ ਕੇ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੀਆਂ ਨੇ। ਤੁਸੀਂ ਕੀ ਕਹਿਣਾ ਚਾਹੋਗੇ? ਹਰਜੋਤ ਜੀ, ਬਹੁਤ ਅਹਿਮ ਮੁੱਦਾ ਇੱਕ ਵਾਰੀ ਫੇਰ ਪੰਜਾਬ ਦੇ ਵਿੱਚ ਬਣ ਗਿਆ, ਬਿਜਲੀ ਦੇ ਮੁੱਲ ਦੇ ਵਿੱਚ ਵਾਧਾ। ਹਾਲਾਂਕਿ ਤਾਜ਼ਾ ਨਤੀਜਾ ਜਲੰਧਰ ਦੀ ਜ਼ਿਮਨੀ ਚੋਣ ਦਾ ਆਇਆ ਔਰ ਭਗਵੰਤ ਮਾਨ ਉਹਨਾਂ ਦੀ ਸਰਕਾਰ ਨੂੰ ਬਹੁਤ ਵੱਡਾ ਹੁੰਗਾਰਾ ਬਿਜਲੀ ਬਿੱਲਾਂ ਦੇ ਰੂਪ ਦੇ ਵਿੱਚ, ਜ਼ੀਰੋ ਹੋਣ ਦੇ ਰੂਪ ਦੇ ਵਿੱਚ ਮਿਲਿਆ। ਹੁਣ ਰਿਜ਼ਲਟ ਤੋਂ ਇੱਕਦਮ ਬਾਅਦ ਜਦੋਂ ਪੰਜਾਬ ਸਟੇਟ ਰੈਗੂਲੇਟਰੀ ਕਮਿਸ਼ਨ ਵੱਲੋਂ ਬਿਜਲੀ ਦੇ ਵਧੇ ਹੋਏ ਬਿੱਲ ਹੈ, ਜਿਹੜੇ ਮੁੱਲ ਹੈ, ਜਿਹੜੇ ਉਹਨਾਂ ਦੀ ਗੱਲ ਬਾਹਰ ਆਈ ਹੈ, ਸਰਕਾਰ ਵੱਲੋਂ ਜਦੋਂ ਇਹ ਮੁੱਲ ਵਧਾਏ ਜਾਣ ਦਾ ਫੈਸਲਾ ਬਾਹਰ ਆਇਆ, ਇੱਕ ਵਾਰ ਫੇਰ ਦੇ ਵਿੱਚ ਸਿਆਸਤ ਗਰਮਾ ਗਈ ਹੈ ਔਰ ਜਿਹੜੇ ਆਮ ਲੋਕ ਨੇ ਉਹਨਾਂ ਦੇ ਜ਼ਿਹਨ ਦੇ ਵਿੱਚ ਵੀ ਇੱਕ ਸਵਾਲ ਖੜਾ ਹੋਇਆ ਕਿ ਕੀ ਜਿਹੜਾ ਇਹ ਮੁੱਲ ਬਿਜਲੀ ਦਾ ਵਧਿਆ ਇਹਦੇ ਨਾਲ ਸਾਡਾ ਨੁਕਸਾਨ ਹੈ, ਅਸੀਂ ਵੱਧ ਪੈਸੇ ਦੇ ਬੋਝ ਤੋਂ ਕਿਵੇਂ ਬਚ ਸਕਦੇ ਹਾਂ। ਇੱਕ ਇਹ ਸਮਝਣਾ ਬਹੁਤ ਜ਼ਰੂਰੀ ਹੈ। ਇੱਕ ਤਾਂ ਅੰਕੜੇ ਨੇ ਜਿਨ੍ਹਾਂ ਦੇ ਜ਼ਰੀਏ ਮੈਂ ਗੱਲ ਅੱਗੇ ਤੋਰੂੰਗਾ, ਦੂਸਰਾ ਸਿਆਸਤ ਹੈ ਜਿਹੜੀ ਇਸ ਮਸਲੇ ਤੇ ਹੋ ਰਹੀ ਹੈ। ਭਗਵੰਤ ਮਾਨ ਨੇ ਟਵੀਟ ਕੀਤਾ, ਉਹ ਮੈਂ ਦੱਸਦਾ ਭਗਵੰਤ ਮਾਨ ਕੀ ਕਹਿਣਾ ਚਾਹ ਰਹੇ ਨੇ। ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ, ਉਹ ਆਪਣਾ ਤਰਕ ਦੇ ਰਹੇ ਨੇ। ਉਹਨਾਂ ਦੇ ਤਰਕ 'ਚ ਵੀ ਵਜ਼ਨ ਹੈ, ਕਿਉਂਕਿ ਸਰਕਾਰ ਨੂੰ ਇਹ ਹੁਣ ਤੈਅ ਕਰਨਾ ਪੈਣਾ ਹੈ ਕਿ ਅਸੀਂ ਨਵਾਂ ਕਰਜ਼ਾ ਲਏ ਬਿਨਾਂ ਪੰਜਾਬ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਹੈ। ਜੇ ਅਸੀਂ ਕਰਜ਼ਾ ਚੱਕੀ ਜਾਵਾਂਗੇ ਤੇ ਉਹ ਸਾਰਾ ਕਰਜ਼ਾ ਪੈਣਾ ਸਾਡੇ ਪੰਜਾਬੀਆਂ ਦੇ ਉੱਤੇ ਹੀ ਹੈ। ਹੁਣ ਇਹ ਬਹੁਤ ਸਾਰੇ ਫੈਕਟ ਨੇ ਇਹਦੇ ਪਿੱਛੇ। ਸਭ ਤੋਂ ਪਹਿਲਾਂ ਤਾਂ ਜੇ ਅਸੀਂ ਗੱਲ ਕਰੀਏ ਤੇ ਜਿਹੜੀ ਮੁਫਤ ਬਿਜਲੀ ਦੀ ਯੋਜਨਾ ਹੈ ਉਹ 300 ਰੁਪਏ ਪ੍ਰਤੀ ਯੂਨਿਟ ਹੈ, ਪ੍ਰਤੀ ਮਹੀਨਾ। 300 ਯੂਨਿਟ ਪ੍ਰਤੀ ਮਹੀਨਾ ਤੇ 2 ਮਹੀਨਿਆਂ ਦੀ 600 ਯੂਨਿਟ ਬਿਜਲੀ ਮੁਫਤ ਹੈ। ਹੁਣ ਜਿਹੜਾ ਮੁੱਲ 'ਚ ਵਾਧਾ ਕੀਤਾ ਗਿਆ ਉਹ ਉਸੇ ਸਮੇਂ ਦੇਣ ਯੋਗ ਹੋਣਾ ਜਦੋਂ ਬਿੱਲ ਹੈ ਜਿਹੜਾ ਉਹ 600 ਯੂਨਿਟ ਤੋਂ ਵਧੇਗਾ। ਯੂਨਿਟ ਜਦੋਂ ਬਿਜਲੀ ਦੀ ਖਪਤ 600 ਯੂਨਿਟ ਤੋਂ ਵਧੇਗੀ ਤੇ ਫਿਰ ਜਿਹੜਾ ਬਿੱਲ ਆਏਗਾ ਉਹ ਪੁਰਾਣੀ ਦਰ ਨਾਲ ਨਹੀਂ ਆਏਗਾ, ਉਹ ਨਵੀਂ ਦਰ ਦੇ ਨਾਲ ਆਏਗਾ। ਹੁਣ ਨਵੀਂ ਦਰ ਦੇ ਨਾਲ 2 ਕਿਲੋਵਾਟ ਤੱਕ ਦੀਆਂ ਜਿਹੜੀਆਂ ਦਰਾਂ ਨੇ ਉਹਦੇ 'ਚ 100 ਯੂਨਿਟ ਤੱਕ 70 ਪੈਸੇ ਦਾ ਵਾਧਾ ਹੈ, 101 ਯੂਨਿਟ ਤੋਂ 300 ਯੂਨਿਟ ਤੱਕ 80 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਹੈ ਔਰ 300 ਤੋਂ ਵੱਧ 2 ਕਿਲੋ ਤੱਕ ਦਾ ਮੀਟਰ ਹੈ ਔਰ ਬਿੱਲ ਅਗਰ 300 ਤੋਂ ਵੱਧ ਆਉਂਦਾ ਪ੍ਰਤੀ ਮਹੀਨਾ ਤੇ ਪ੍ਰਤੀ ਯੂਨਿਟ ਜਿਹੜਾ ਖਰਚਾ ਹੈ ਉਹ 7 ਰੁਪਏ 75 ਪੈਸੇ ਹੈ। ਸੋ ਮਹਿੰਗੀ ਤੋਂ ਮਹਿੰਗੀ ਬਿਜਲੀ ਸਾਡੀ ਜਦੋਂ 300 ਯੂਨਿਟ ਤੋਂ ਸਾਡੀ ਬਿਜਲੀ ਵੱਧ ਗਈ ਤਾਂ ਉਹ 7 ਰੁਪਏ 75 ਪੈਸੇ ਪ੍ਰਤੀ ਯੂਨਿਟ ਹੈ, ਨਵਾਂ ਰੇਟ ਹੈ ਜਿਹੜਾ ਨਵਾਂ ਰੇਟ ਹੈ। ਔਰ ਬਾਕੀ ਖਰਚੇ, ਸੈਸ ਵਗੈਰਾ ਉਹ ਸਾਰੇ ਪੈ ਕੇ ਫਿਰ ਉਹ ਬਿੱਲ ਬਣੇਗਾ। ਸੋ 2 ਕਿਲੋਵਾਟ ਤੱਕ ਦਾ ਜਿਨ੍ਹਾਂ ਦਾ ਮੀਟਰ ਹੈ, ਅਗਰ ਉਹਨਾਂ ਦਾ ਬਿੱਲ 300 ਤੋਂ ਵੱਧਦਾ ਹੈ ਤੇ ਪ੍ਰਤੀ ਯੂਨਿਟ 7 ਰੁਪਏ 75 ਪੈਸੇ, ਇਹਨੂੰ ਅਸੀਂ ਇਸ ਰੂਪ 'ਚ ਦੇਖ ਸਕਦੇ ਹਾਂ। ਪੁਰਾਣੇ ਮੁੱਲ ਨਾਲੋਂ 45 ਪੈਸੇ ਦਾ ਵਾਧਾ ਹੈ ਜਿਹੜਾ ਪ੍ਰਤੀ ਯੂਨਿਟ ਇਜ਼ਾਫਾ ਹੈ 300 ਯੂਨਿਟ ਤੋਂ ਜਦੋਂ ਖਪਤ ਵੱਧਦੀ ਹੈ। ਹੁਣ ਇਹਦੇ ਤੇ ਦੂਸਰਾ, ਜਦੋਂ ਜਿਨ੍ਹਾਂ ਦਾ ਮੀਟਰ 2 ਕਿਲੋਵਾਟ ਤੋਂ 7 ਕਿਲੋਵਾਟ ਦੇ ਵਿੱਚ ਹੈ, ਉੱਥੇ ਜਿਨ੍ਹਾਂ ਦੇ ਤਾਂ 100 ਯੂਨਿਟ ਤੱਕ ਖਰਚਾ ਆਉਣਾ ਹੈ 70 ਪੈਸੇ, 101 ਤੋਂ 300 ਯੂਨਿਟ ਤੱਕ 80 ਪੈਸੇ। ਹੁਣ ਜਦੋਂ 300 ਯੂਨਿਟ ਤੋਂ ਘੱਟ ਰਹਿ ਗਿਆ ਉਹ ਤਾਂ ਮੁਫਤ ਹੀ ਹੈ। ਹੁਣ ਜਿਨ੍ਹਾਂ ਦਾ 300 ਤੋਂ ਵੱਧ ਗਿਆ, ਅਸਲ ਗੱਲ ਇੱਥੇ ਹੈ ਜਦੋਂ ਸਾਡੇ ਬਿਜਲੀ ਦੇ ਯੂਨਿਟ ਪ੍ਰਤੀ ਮਹੀਨਾ 300 ਤੋਂ ਵਧਣਗੇ ਜਾਂ 2 ਮਹੀਨਿਆਂ ਦੇ 600 ਤੋਂ ਵਧਣਗੇ ਤੇ ਫਿਰ ਪ੍ਰਤੀ ਯੂਨਿਟ ਨਵਾਂ ਰੇਟ ਲੱਗੇਗਾ 7 ਰੁਪਏ 75 ਪੈਸੇ।
ਸੋ ਇਸੇ ਤਰ੍ਹਾਂ ਜਦੋਂ ਜਿਨ੍ਹਾਂ ਦਾ ਜਿਹੜਾ ਬਿਜਲੀ ਦਾ ਮੀਟਰ ਹੈ 7 ਕਿਲੋਵਾਟ ਤੋਂ ਲੈ ਕੇ 50 ਕਿਲੋਵਾਟ ਤੱਕ ਹੈ, ਉਸ ਮਾਮਲੇ ਦੇ ਵਿੱਚ ਵੀ ਜਿਹੜਾ 300 ਯੂਨਿਟ ਤੋਂ ਅਗਰ ਸਾਡੇ ਬਿੱਲ ਵੱਧਦੇ ਨੇ 2 ਮਹੀਨਿਆਂ ਦਾ 600 ਤੋਂ ਵੱਧ ਹੈ, ਤਾਂ 300 ਤੋਂ ਵੱਧ ਜਿਹੜਾ ਰੇਟ ਲੱਗਣਾ ਹੈ ਉਹ 7 ਰੁਪਏ 75 ਪੈਸੇ ਹੈ। ਕਿਸੇ ਵੀ ਹਾਲਤ ਦੇ ਵਿੱਚ ਅਗਰ ਬਿਜਲੀ ਦਾ ਸਾਡਾ ਯੂਨਿਟ 2 ਮਹੀਨਿਆਂ ਦਾ 600 ਜਾਂ 1 ਮਹੀਨੇ ਦਾ 300 ਤੋਂ ਵੱਧਦਾ ਹੈ, ਜਾਂ ਜੇ ਸਾਡਾ ਬਿੱਲ ਆਉਂਦਾ ਹੈ ਤਾਂ ਉਹ 7 ਰੁਪਏ 75 ਪੈਸੇ ਦੇ ਹਿਸਾਬ ਦੇ ਨਾਲ ਆਏਗਾ, ਬਾਕੀ ਦੂਸਰੇ ਟੈਕਸ ਵਗੈਰਾ। ਹੁਣ ਇਹਦੇ ਤੋਂ ਬਚਾਅ ਦਾ ਇੱਕੋ ਹੀ ਸਾਧਨ ਹੈ। ਜਿਹੜਾ ਪਹਿਲਾ ਰੇਟ ਸੀ, ਜੇ ਪਹਿਲੇ ਰੇਟ ਦੇ ਮੁਤਾਬਕ ਸਾਡੇ 300 ਰੁਪਏ ਤੋਂ ਬਿੱਲ ਵੱਧਦਾ, 300 ਯੂਨਿਟ ਤੋਂ ਖਪਤ ਵੱਧਦੀ ਔਰ 600 ਯੂਨਿਟ ਤੋਂ ਖਪਤ ਵੱਧਦੀ ਔਰ ਸਾਡਾ ਬਿੱਲ ਜਿਹੜਾ 7 ਰੁਪਏ 50 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਆਉਣਾ ਸੀ। ਸੋ ਹੁਣ 7 ਰੁਪਏ 75 ਪੈਸੇ ਪ੍ਰਤੀ ਯੂਨਿਟ ਦੇ ਨਾਲ ਆਉਣਾ ਹੈ, ਜਿਨ੍ਹਾਂ ਦਾ 7 ਕਿਲੋਵਾਟ ਤੋਂ 50 ਕਿਲੋਵਾਟ ਤੱਕ ਦਾ ਜਿਹੜਾ ਮੀਟਰ ਹੈ। ਹੁਣ ਜਦੋਂ ਜਿਨ੍ਹਾਂ ਸਾਡੇ ਪੰਜਾਬ ਦੇ ਬਿਜਲੀ ਗ੍ਰਾਹਕਾਂ ਦੇ ਮੀਟਰ 2 ਕਿਲੋਵਾਟ ਤੋਂ ਛੋਟੇ ਨੇ ਜਾਂ 2 ਕਿਲੋਵਾਟ ਤੱਕ ਨੇ, ਉਹਨਾਂ ਨੂੰ ਪਹਿਲਾਂ ਅਗਰ 300 ਯੂਨਿਟ ਪ੍ਰਤੀ ਮਹੀਨਾ 300 ਯੂਨਿਟ ਤੋਂ ਖਪਤ ਵੱਧਦੀ ਸੀ ਜਾਂ 600 ਯੂਨਿਟ ਤੋਂ ਖਪਤ ਵੱਧਦੀ ਸੀ, ਪ੍ਰਤੀ ਮਹੀਨਾ 300 ਯੂਨਿਟ ਦੇ ਹਿਸਾਬ ਨਾਲ ਉਹਨਾਂ ਦਾ 7 ਰੁਪਏ 30 ਪੈਸੇ ਪਹਿਲਾਂ ਰੇਟ ਸੀ, ਜਿਹੜਾ ਹੁਣ 45 ਪੈਸੇ ਵੱਧ ਕੇ 7 ਰੁਪਏ 75 ਪੈਸੇ ਹੋ ਗਿਆ। ਔਰ ਜਿਨ੍ਹਾਂ ਦੇ ਮੀਟਰ 2 ਕਿਲੋਵਾਟ ਤੋਂ 7 ਕਿਲੋਵਾਟ ਦੇ ਦਰਮਿਆਨ ਨੇ, ਉਹਨਾਂ ਦਾ ਜਿਹੜਾ ਪਹਿਲਾਂ ਜਿਹੜਾ 300 ਯੂਨਿਟ ਤੋਂ ਵੱਧ ਖਪਤ ਹੋਣ ਤੇ ਜਿਹੜਾ ਉਹਨਾਂ ਦਾ ਟੈਰਿਫ ਸੀ ਉਹ 7 ਰੁਪਏ 30 ਪੈਸੇ ਉਹਨਾਂ ਦਾ ਵੀ ਸੀ, ਤੇ ਉਹ ਵੀ ਹੁਣ 7 ਰੁਪਏ 75 ਪੈਸੇ ਹੋ ਗਿਆ। ਸੋ ਹੁਣ ਇੱਕ ਮੋٹے ਤੌਰ ਤੇ ਜੇ ਗੱਲ ਕਰੀਏ ਤਾਂ ਜਦੋਂ ਵੀ ਕਿਸੇ ਦਾ ਬਿੱਲ 300 ਯੂਨਿਟ ਤੋਂ ਵਧਣਾ ਹੈ ਤੇ ਉਹ 7 ਰੁਪਏ 75 ਪੈਸੇ ਦੇ ਹਿਸਾਬ ਨਾਲ ਪ੍ਰਤੀ ਯੂਨਿਟ ਵਸੂਲਿਆ ਜਾਣਾ ਹੈ। ਪਰ ਕਿਉਂਕਿ 600 ਯੂਨਿਟ ਤੱਕ ਬਿੱਲ ਮਾਫ ਹੈ, ਜਿਨ੍ਹਾਂ ਦੇ ਵੀ ਯੂਨਿਟ 2 ਮਹੀਨਿਆਂ ਦੇ 600 ਤੋਂ ਘੱਟ ਖਪਤ ਹੋਣਗੇ ਉਹਨਾਂ ਨੂੰ ਬਿੱਲ ਨਹੀਂ ਆਉਣਾ। ਜਿਨ੍ਹਾਂ ਦਾ 600 ਤੋਂ ਵੱਧ ਗਿਆ ਉਹਨਾਂ ਨੂੰ ਬਿੱਲ 7 ਰੁਪਏ 75 ਪੈਸੇ, ਜਿਨ੍ਹਾਂ ਦੇ 600 ਯੂਨਿਟ ਤੋਂ ਟੱਪ ਗਏ 7 ਰੁਪਏ 75 ਪੈਸੇ ਦੇ ਹਿਸਾਬ ਨਾਲ ਉਹਨਾਂ ਦਾ ਬਿੱਲ ਆਉਣਾ ਹੈ। ਮੋٹے ਰੂਪ 'ਚ ਇਸ ਗੱਲ ਨੂੰ ਅਸੀਂ ਇਸ ਤਰੀਕੇ ਨਾਲ ਸਮਝ ਸਕਦੇ ਹਾਂ, ਕਿਉਂਕਿ ਪੰਜਾਬ ਦੇ ਵਿੱਚ ਬਿਜਲੀ ਦਾ ਬਿੱਲ ਮਾਫ ਹੈ। ਪਰ ਹੁਣ ਸਵਾਲ ਇਹ ਹੈ, ਪੁਰਾਣੇ ਸਮਿਆਂ 'ਚ ਜਦੋਂ ਤੋਂ ਇਹ ਸਕੀਮ ਲਾਗੂ ਹੋਈ ਹੈ, ਗਰਮੀਆਂ ਤੋਂ ਬਿਨਾਂ ਬਹੁਤੇ ਲੋਕ ਬਿਜਲੀ ਦਾ ਪੱਖਾ, ਬਲਬ, ਫਰਿੱਜ, ਟੈਲੀਵਿਜ਼ਨ ਇਸੇ ਤਰ੍ਹਾਂ ਨਾਲ ਵਰਤੋਂ ਹੁੰਦੀ ਸੀ। ਗੀਜ਼ਰ ਬਹੁਤ ਘੱਟ ਵਰਤਿਆ ਜਾਂਦਾ ਸੀ, ਕੁਝ ਕੁ ਮਿੰਟਾਂ ਲਈ ਗੀਜ਼ਰ ਦੀ ਵਰਤੋਂ ਹੁੰਦੀ ਸੀ, ਤੇ ਮੈਨੂੰ ਲੱਗਦਾ ਇੱਕ ਆਮ ਸਧਾਰਨ 2 ਕਮਰਿਆਂ ਦੇ ਪਰਿਵਾਰ ਦਾ ਜਾਂ 3 ਕਮਰਿਆਂ 'ਚ ਰਹਿਣ ਵਾਲੇ ਪਰਿਵਾਰ ਦਾ ਵੀ ਜਿਹੜਾ ਬਿਜਲੀ ਦਾ ਬਿੱਲ ਉਹ 0 ਆਉਂਦਾ ਸੀ। ਔਰ ਹੁਣ ਵੀ ਅਗਰ 3 ਕਮਰਿਆਂ ਦਾ ਵੀ ਪਰਿਵਾਰ ਹੈ ਜਾਂ 2 ਕਮਰਿਆਂ ਦਾ ਵੀ ਪਰਿਵਾਰ ਹੈ, 2 ਤੋਂ 3 ਕਮਰਿਆਂ ਦਾ ਪਰਿਵਾਰ ਹੈ, ਅਗਰ ਉਹ ਸਿਰਫ ਪੱਖਾ, ਬਲਬ, ਟਿਊਬ, ਫਰਿੱਜ ਇਹ ਵਰਤਦੇ ਨੇ, ਮਤਲਬ ਅਗਰ ਉਹ ਏਅਰ ਕੰਡੀਸ਼ਨਰ ਦੀ ਵਰਤੋਂ ਨਹੀਂ ਕਰਦੇ ਜਾਂ ਥੋੜ੍ਹੇ ਬਹੁਤੇ ਸਮੇਂ ਲਈ ਅਗਰ ਕੂਲਰ ਚਲਾਉਂਦੇ ਨੇ, ਤਾਂ ਉਹ 600 ਯੂਨਿਟ ਤੱਕ ਆਪਣੀ ਜਿਹੜੀ ਬਿਜਲੀ ਦੀ ਖਪਤ ਹੈ ਉਹ ਰੱਖ ਸਕਦੇ ਨੇ। ਦੇਖੋ, ਬਿਜਲੀ ਦੀ ਖਪਤ ਘਟਾਉਣ ਦੇ ਲਈ ਜਿਹੜੇ ਅੱਜ ਕੱਲ੍ਹ ਬਲਬ ਵੀ ਆਉਂਦੇ ਨੇ, ਉਹ ਵੀ ਬਹੁਤ ਥੋੜ੍ਹੀ ਵਾਟ ਦੇ ਆਉਂਦੇ ਨੇ, LED ਜਿਨ੍ਹਾਂ ਨੂੰ ਕਹਿੰਦੇ ਨੇ। ਉਸ ਤਰੀਕੇ ਦੀ ਜਿਹੜੇ ਬਿਜਲੀ ਦੇ ਜਿਹੜੇ ਸਾਡੇ ਬਲਬ ਜਾਂ ਟਿਊਬਾਂ ਨੇ ਉਹ ਵਰਤੇ ਜਾਣ ਦੀ ਜ਼ਰੂਰਤ ਹੈ। ਉਹਦੇ ਨਾਲ ਬਿਜਲੀ ਦਾ ਜਿਹੜਾ ਬਿੱਲ ਹੈ ਉਹ 600 ਯੂਨਿਟ ਤੋਂ ਘੱਟ ਹੋ ਸਕਦਾ। ਪਰ ਅਗਰ AC ਘਰ ਦੇ ਵਿੱਚ ਚੱਲਦਾ ਹੈ, ਅਗਰ AC ਚੱਲਦਾ ਹੈ, ਅਗਰ ਉਹ ਬਹੁਤ ਥੋੜ੍ਹੇ ਸਮੇਂ ਲਈ ਘੰਟੇ 2 ਘੰਟੇ ਲਈ ਚੱਲਦਾ ਹੈ, ਤਾਂ ਵੀ ਤੁਸੀਂ ਆਪਣੇ 600 ਯੂਨਿਟ ਨੇ ਜਿਹੜੇ ਉਹਨਾਂ ਨੂੰ ਮੈਨੇਜ ਕਰ ਸਕਦੇ ਹੋ। ਪਰ ਅਗਰ ਸਾਰੀ ਰਾਤ AC ਛੱਡ ਕੇ ਕਿਸੇ ਨੇ ਸੌਣਾ ਹੈ, ਫਿਰ ਮੈਨੂੰ ਲੱਗਦਾ ਹੈ ਕਿ ਬਹੁਤ ਉਹਨਾਂ ਨੂੰ ਲਗਾਤਾਰ ਜਿਹੜਾ ਮੀਟਰ ਹੈ ਉਹਦੇ 'ਤੇ ਨਜ਼ਰ ਰੱਖਣੀ ਪੈਣੀ ਹੈ ਵੀ ਯੂਨਿਟ 600 ਤੋਂ ਟੱਪਣ ਨਾ, ਕਿਉਂਕਿ ਫਿਰ ਅਗਰ ਤੁਹਾਨੂੰ ਲੱਗਦਾ ਹੈ ਕਿ 600 ਯੂਨਿਟ ਨਹੀਂ ਹੋਏ, ਉਦੋਂ ਤੱਕ ਤੁਸੀਂ AC ਚਲਾ ਸਕਦੇ ਹੋ। ਪਰ ਲਗਾਤਾਰ AC ਦੀ ਵਰਤੋਂ ਦੇ ਨਾਲ 2 ਜਾਂ 3 AC ਦੀ ਵਰਤੋਂ, ਅਗਰ 2 AC ਦੀ ਵਰਤੋਂ ਹੁੰਦੀ ਹੈ 2 ਕਮਰਿਆਂ 'ਚ ਜਾਂ 3 ਕਮਰਿਆਂ 'ਚ, ਬਹੁਤ ਥੋੜ੍ਹੇ ਸਮੇਂ ਲਈ ਤੁਸੀਂ ਉਹਨਾਂ ਨੂੰ ਚਲਾ ਸਕਦੇ ਹੋ, ਤਾਂ 600 ਯੂਨਿਟ ਦੇ ਵਿੱਚ ਤੁਹਾਡਾ ਬਿੱਲ ਰਹੇਗਾ। ਨਹੀਂ ਤਾਂ 600 ਯੂਨਿਟ ਤੋਂ ਖਪਤ ਵੱਧ ਸਕਦੀ ਹੈ, ਔਰ ਅਗਰ 600 ਯੂਨਿਟ ਦੇ ਵਿੱਚ ਤੁਹਾਡੀ ਖਪਤ ਰਹਿੰਦੀ ਹੈ ਫਿਰ ਬਿੱਲ 0 ਹੈ। ਸੋ ਇਹਦਾ ਮਤਲਬ ਹੈ ਕਿ ਉਹ ਲੋਕ ਜਿਨ੍ਹਾਂ ਦੇ ਘਰ AC ਨਹੀਂ ਹੈ, ਜਿਨ੍ਹਾਂ ਦੇ ਘਰ ਕੂਲਰ ਨਹੀਂ ਹੈ, ਉਹ ਵੀ
ਅਗਰ ਬਹੁਤ ਚੰਗੇ ਤਰੀਕੇ ਨਾਲ ਬਿਜਲੀ ਦੀ ਵਰਤੋਂ ਕਰਨ ਤਾਂ ਜ਼ੀਰੋ ਬਿੱਲ ਦੇ ਦਾਇਰੇ 'ਚ ਬਰਕਰਾਰ ਰਹਿ ਸਕਦੇ ਨੇ। ਸੋ ਹੁਣ ਜਿਹੜੀ ਬਿਜਲੀ ਦੀ ਖਪਤ ਹੈ ਬਹੁਤ ਤੁਹਾਨੂੰ ਸੋਚ ਸਮਝ ਕੇ ਕਰਨੀ ਪਏਗੀ, ਕਿਉਂਕਿ ਬਿਜਲੀ ਮੇਰਾ ਇਹ ਮੰਨਣਾ ਹੈ ਕਿ ਇਹ ਸਾਡੇ ਦੇਸ਼ ਦਾ ਇੱਕ ਸਰੋਤ ਹੈ। ਸੋ ਬਿਜਲੀ ਨੂੰ ਬਿਨਾਂ ਜ਼ਰੂਰਤ ਤੋਂ ਨਾ ਬਾਲੋ। ਬਲਬ, ਟਿਊਬ, ਪੱਖੇ ਅਗਰ ਕਮਰੇ 'ਚ ਨਹੀਂ ਹੈ ਤਾਂ ਅਸੀਂ ਉਹਨਾਂ ਨੂੰ ਬੰਦ ਕਰੀਏ। ਕਮਰੇ 'ਚੋਂ ਬਾਹਰ ਨਿਕਲਦੇ ਹੀ ਕੂਲਰ, AC, ਫਰਿੱਜ ਤਾਂ ਚਲੋ ਚੱਲਦਾ ਰਹਿਣਾ, ਪੱਖੇ, ਬਲਬ ਬੰਦ ਕਰੀਏ ਜਦੋਂ ਸਾਨੂੰ ਨਹੀਂ ਲੋੜ। ਸੋ ਜ਼ਰੂਰਤ ਮੁਤਾਬਕ ਬਿਜਲੀ ਦੇ ਉਪਕਰਨ ਵਰਤੀਏ। ਸੋ ਤਾਂ ਹੀ ਬਿਜਲੀ ਦਾ ਬਿੱਲ ਹੈ ਜਿਹੜਾ ਉਹ 600 ਯੂਨਿਟ ਦੇ ਵਿੱਚ ਅਸੀਂ ਰੱਖ ਸਕਦੇ ਹਾਂ, ਨਹੀਂ ਤਾਂ 600 ਤੋਂ ਪਾਰ ਹੁੰਦੇ ਹੀ ਜਿਹੜਾ ਨਵਾਂ ਮੁੱਲ ਹੈ ਉਹਦੇ ਹਿਸਾਬ ਨਾਲ ਸਾਨੂੰ ਬਿੱਲ ਦੇਣਾ ਪੈਣਾ। ਔਰ ਇਹਦੇ ਤੇ ਭਗਵੰਤ ਮਾਨ ਉਹਨਾਂ ਨੇ ਟਵੀਟ ਕੀਤਾ, ਜਿਹੜੇ ਮੁੱਖ ਮੰਤਰੀ ਨੇ। ਮੈਂ ਦੱਸਦਾ ਉਹਨਾਂ ਨੇ ਕੀ ਲਿਖਿਆ। ਭਗਵੰਤ ਮਾਨ ਕਹਿੰਦੇ ਬਿਜਲੀ ਦੀਆਂ ਦਰਾਂ 'ਚ ਵਾਧੇ ਦਾ ਖਰਚਾ ਸਰਕਾਰ ਦੇਵੇਗੀ, ਇਸ ਦਾ ਆਮ ਲੋਕਾਂ ਤੇ ਕੋਈ ਬੋਝ ਨਹੀਂ ਪਏਗਾ। 600 ਯੂਨਿਟ ਵਾਲੀ ਯੋਜਨਾ ਦੇ ਇੱਕ ਵੀ ਮੀਟਰ ਤੇ ਅਸਰ ਨਹੀਂ ਪਏਗਾ। ਮਤਲਬ ਕਿ ਜਿਹੜਾ ਨਵਾਂ ਟੈਰਿਫ ਹੈ, ਬਿਜਲੀ ਦਾ ਮੁੱਲ ਹੈ, ਉਹ ਇਸੇ ਤਰ੍ਹਾਂ ਰਹੇਗਾ। ਜਿਹੜੇ 600 ਯੂਨਿਟ ਤੱਕ ਤੁਹਾਡੇ ਬਿਜਲੀ ਦੇ ਬਿੱਲ ਨਹੀਂ ਆਉਣੇ, 600 ਯੂਨਿਟ ਤੱਕ ਬਿਜਲੀ ਮਾਫ ਹੈ। ਸੋ ਜਿਹੜਾ ਉਹ ਵਧਿਆ ਹੋਇਆ ਮੁੱਲ ਹੋਏਗਾ 600 ਯੂਨਿਟ ਤੱਕ ਵੀ ਉਹ ਸਰਕਾਰ ਦੇਏਗੀ ਬਿਜਲੀ ਬੋਰਡ ਨੂੰ, ਸਧਾਰਨ ਸ਼ਬਦਾਂ 'ਚ ਕਹਾਂ। ਸੋ ਭਗਵੰਤ ਮਾਨ ਉਹਨਾਂ ਨੇ ਇਹ ਕਿਹਾ ਕਿ 600 ਯੂਨਿਟ ਤੱਕ ਬਿਜਲੀ ਉਸੇ ਤਰ੍ਹਾਂ ਮਾਫ ਰਹੇਗੀ। ਪਹਿਲੇ ਮੁੱਲ ਦੇ ਹਿਸਾਬ ਨਾਲ ਤੁਹਾਡੇ 600 ਯੂਨਿਟ ਦਾ ਖਰਚਾ ਸਰਕਾਰ ਦਿੰਦੀ ਸੀ, ਤੇ ਹੁਣ ਜੇ ਮੁੱਲ ਵੱਧ ਗਿਆ ਤਾਂ ਵੀ 600 ਯੂਨਿਟ ਤੱਕ ਜਿਹੜਾ ਪੈਸਾ ਹੈ ਉਹ ਸਰਕਾਰ ਦੇਗੀ। ਪਰ ਅਗਰ ਤੁਹਾਡਾ ਖਪਤ 601 ਵੀ ਹੋਗੀ, 601 ਯੂਨਿਟ ਵੀ ਹੋਗੀ, ਫਿਰ ਤੁਹਾਨੂੰ ਸਾਰੇ ਪੈਸੇ ਆ ਜਿਹੜੇ ਉਹ ਬਿਜਲੀ ਬੋਰਡ ਨੂੰ ਨਵੇਂ ਮੁੱਲ ਦੇ ਨਾਲ, ਵਧੇ ਹੋਏ ਮੁੱਲ ਦੇ ਨਾਲ ਜਿਹੜਾ ਬਿੱਲ ਆਊਗਾ ਉਹ ਦੇਣੇ ਪੈਣਗੇ। ਹੁਣ ਕਿਉਂਕਿ ਭਗਵੰਤ ਮਾਨ ਉਹਨਾਂ ਨੇ ਕਿਹਾ ਕਿ ਸਰਕਾਰ ਪੈਸਾ ਦੇਗੀ, ਪਹਿਲਾਂ ਵੀ ਦੇ ਰਹੀ ਹੈ, ਸਰਕਾਰ ਨੇ ਇਹ ਦਾਅਵਾ ਕੀਤਾ। ਹੁਣ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਉਹਦੇ ਤੇ ਇੱਕ ਟਵੀਟ ਕੀਤਾ। ਨਵਜੋਤ ਸਿੰਘ ਸਿੱਧੂ ਭਾਵੇਂ ਅੱਜ ਵਿਧਾਇਕ ਨਹੀਂ ਹੈ, ਪਰ ਉਹ ਕਈ ਵਾਰ ਦੇ ਮੈਂਬਰ ਪਾਰਲੀਮੈਂਟ, ਵਿਧਾਇਕ, ਮੰਤਰੀ ਰਹੇ ਨੇ, ਔਰ ਪੰਜਾਬ ਦੇ ਮੁੱਦਿਆਂ ਤੇ ਉਹ ਵੀ ਲੜਾਈ ਲੜਨ ਵਾਲੇ ਲੀਡਰ ਨੇ। ਇਸ ਕਰਕੇ ਨਵਜੋਤ ਸਿੰਘ ਸਿੱਧੂ ਦੇ ਟਵੀਟ ਜਾਂ ਉਹਨਾਂ ਦੀ ਗੱਲ, ਉਹਨਾਂ ਦੇ ਤਰਕ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਹੁਣ ਨਵਜੋਤ ਸਿੰਘ ਸਿੱਧੂ ਲਿਖਦੇ ਨੇ, ਕਹਿੰਦੇ ਜਲੰਧਰ ਦੇ ਲੋਕਾਂ ਵੱਲੋਂ ਪਾਈਆਂ ਵੋਟਾਂ ਦਾ ਮੁੱਲ ਪੰਜਾਬ ਸਰਕਾਰ ਨੇ ਬਿਜਲੀ ਮਹਿੰਗੀ ਕਰਕੇ ਕੁਝ ਹੀ ਘੰਟਿਆਂ 'ਚ ਉਤਾਰਿਆ। ਕੁਐਸਚਨ ਮਾਰਕ ਵੀ ਪਾ ਰਹੇ ਨੇ, ਪੁੱਛ ਰਹੇ ਨੇ ਵੀ ਕੀ ਇੱਦਾਂ ਉਤਾਰਿਆ। ਕਹਿੰਦੇ ਉੱਪਰੋਂ ਲੋਕਾਂ ਦੇ ਅੱਖੀਂ ਘੱਟਾ ਪਾਉਣ ਲਈ ਸਰਕਾਰ ਇਹ ਕਹਿ ਰਹੀ ਹੈ ਕਿ ਬਿਜਲੀ ਦਰਾਂ ਦੇ ਵਾਧੇ ਦਾ ਪੈਸਾ ਸਰਕਾਰ ਦੇਵੇਗੀ, ਪਰ ਸਵਾਲ ਹੈ ਕਿ ਸਰਕਾਰ ਕਿੱਥੋਂ ਤੇ ਕਿਵੇਂ ਦੇਵੇਗੀ ਤੇ ਪੈਸਾ ਕਿੱਥੋਂ ਆਵੇਗਾ। ਫਿਰ ਕੁਐਸਚਨ ਮਾਰਕ ਹੈ ਵੀ ਪੈਸਾ ਕਿੱਥੋਂ ਆਏਗਾ। ਕਹਿੰਦੇ ਜਦੋਂ ਪਿਛਲੀ ਸਰਕਾਰ ਗਈ ਸੀ ਤਾਂ ਕਰਜ਼ਾ 2.82 ਲੱਖ ਕਰੋੜ ਸੀ। ਸੋ 2,81,772 ਰੁਪਏ 64 ਪੈਸੇ, ਮਤਲਬ ਕਿ ਮੋਟਾ ਅਸੀਂ ਗੱਲ ਕਰੀਏ 2.82 ਲੱਖ ਕਰੋੜ ਕਰਜ਼ਾ ਸੀ। ਸੋ 3 ਲੱਖ ਕਰੋੜ ਤੋਂ 18 ਲੱਖ ਘੱਟ। ਕਹਿੰਦੇ ਹੁਣ ਭਗਵੰਤ ਮਾਨ ਦੀ ਸਰਕਾਰ ਵਿੱਚ ਇੱਕ ਸਾਲ ਦੇ ਵਿੱਚ 2022-23 ਦੇ ਵਿੱਚ ਇਹ ਕਰਜ਼ਾ ਜਿਹੜਾ 3,12,758 ਕਰੋੜ ਹੋ ਗਿਆ। ਸੋ ਮਤਲਬ ਕਰਜ਼ਾ ਵੱਧ ਗਿਆ ਭਗਵੰਤ ਮਾਨ ਦੀ ਸਰਕਾਰ ਸਮੇਂ ਉਸ ਤੋਂ ਪਹਿਲੇ ਸਾਲ ਦੇ ਨਾਲੋਂ, ਪਰ ਕਰਜ਼ਾ ਤਾਂ ਵੱਧਦਾ ਰਹਿਣਾ। ਅਕਾਲੀ ਦਲ ਵੀ ਕਰਜ਼ਾ ਲੈਣਾ ਸ਼ੁਰੂ ਕੀਤਾ ਸੀ, ਲਗਾਤਾਰ ਵੱਧਦਾ ਰਿਹਾ। ਫਿਰ ਕਾਂਗਰਸ ਨੇ ਵੀ ਕਰਜ਼ਾ ਲਿਆ ਤੇ ਹੁਣ ਭਗਵੰਤ ਮਾਨ ਦੀ ਸਰਕਾਰ ਨੇ ਵੀ ਕਰਜ਼ਾ ਤਾਂ ਜ਼ਰੂਰ ਚੁੱਕਿਆ। ਹੁਣ ਉਹ ਕਹਿੰਦੇ ਇਸ ਹਿਸਾਬ ਨਾਲ ਇਸ ਸਰਕਾਰ ਦੌਰਾਨ ਕਰਜ਼ਾ ਘਟਣ ਦੀ ਥਾਂ ਵੱਧ ਕੇ 5 ਲੱਖ ਕਰੋੜ ਹੋ ਜਾਏਗਾ। ਫਿਰ ਉਹਨਾਂ ਨੇ ਤੰਜ ਕੱਸਿਆ, ਕਹਿੰਦੇ ਜ਼ਮੀਨ ਗਹਿਣੇ ਧਰ ਕੇ ਬਾਪੂ ਬੱਚਿਆਂ ਨੂੰ ਖਿਡੌਣੇ ਲੈ ਕੇ ਦੇ ਰਿਹਾ ਹੈ। ਇਹ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਟਵੀਟ ਹੈ। ਹੁਣ ਇਹਦੇ 'ਚ ਗੱਲਾਂ ਦੋ ਨੇ ਜਿਹੜੀਆਂ ਸਭ ਨੂੰ ਸਮਝਣੀਆਂ ਪੈਣਗੀਆਂ। ਭਾਵੇਂ ਭਗਵੰਤ ਮਾਨ ਦੀ ਸਰਕਾਰ ਹੈ, ਭਾਵੇਂ ਕੇਂਦਰ ਦੀ ਸਰਕਾਰ ਹੈ, ਕੋਸ਼ਿਸ਼ ਸਰਕਾਰਾਂ ਨੂੰ ਇਹ ਕਰਨੀ ਚਾਹੀਦੀ ਹੈ ਕਿ ਕਰਜ਼ਾ ਘੱਟ ਤੋਂ ਘੱਟ ਚੱਕਿਆ ਜਾਵੇ। ਉਹਦੇ ਲਈ ਅਸੀਂ ਆਪਣੇ ਪੰਜਾਬ ਸੂਬੇ ਦੇ ਸਾਧਨ ਵਿਕਸਿਤ ਕਰੀਏ। ਪੰਜਾਬ ਲਈ ਬੜੀ ਜ਼ਰੂਰੀ ਹੈ ਅਸੀਂ ਆਪਣੀ ਖੇਤੀਬਾੜੀ ਨੂੰ ਪ੍ਰਫੁੱਲਤ ਕਰੀਏ, ਅਸੀਂ ਆਪਣੀਆਂ ਮੰਡੀਆਂ ਨੂੰ ਪੱਕੇ ਕਰੀਏ, ਢੱਕੀਏ, ਅਸੀਂ ਆਪਣੀ ਫਸਲਾਂ ਦੀ ਸਟੋਰੇਜ ਕਰੀਏ, ਅਸੀਂ ਆਪਣੇ ਅਨਾਜ, ਕਣਕ, ਝੋਨਾ, ਫਸਲਾਂ, ਮੱਕੀ, ਬਾਸਮਤੀ, ਸਬਜ਼ੀਆਂ ਨੂੰ ਚੰਗੇ ਮੁੱਲ ਤੇ ਬਾਹਰ ਵੇਚੀਏ ਤਾਂ ਕਿ ਪੰਜਾਬ ਕੋਲੇ ਆਮਦਨ ਆਵੇ। ਜਿਵੇਂ ਜਿਵੇਂ ਸੂਬੇ ਦੇ ਵਿੱਚ ਆਮਦਨ ਆਏਗੀ, ਸੂਬੇ ਦੇ ਵਿੱਚ ਪ੍ਰਤੀ ਵਿਅਕਤੀ ਕਮਾਈ ਵਧੇਗੀ, ਉਹਦੇ ਨਾਲ ਸੂਬੇ ਤੇ ਕਰਜ਼ ਘਟੇਗਾ, ਇੱਕ ਰਾਹ ਖੁੱਲ੍ਹੇਗਾ ਕਰਜ਼ ਘਟਣ ਦਾ। ਦੂਸਰਾ, ਹੁਣ ਭਗਵੰਤ ਮਾਨ ਸਾਹਿਬ ਨੂੰ ਮੈਨੂੰ ਲੱਗਦਾ ਹੈ ਇਹ ਯੋਜਨਾ ਲਿਆਉਣੀ ਚਾਹੀਦੀ ਹੈ ਕਿ ਉਹ ਵਿਅਕਤੀ
ਉਹ ਵਿਅਕਤੀ ਜਿਹੜੇ ਬਿਜਲੀ ਦਾ ਬਿੱਲ ਦੇਣਾ ਚਾਹੁੰਦੇ ਨੇ ਉਹ ਦੇਣ। ਸੋ ਜਦੋਂ ਬਿੱਲ ਜ਼ੀਰੋ ਆ ਰਿਹਾ ਹੈ ਤੇ ਤੁਸੀਂ ਕਿਵੇਂ ਦਓਗੇ? ਸੋ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਸਰਕਾਰ ਕੋਈ ਮੈਕੈਨਿਜ਼ਮ ਬਣਾਵੇ। ਪੰਜਾਬ ਦੇ ਵਿੱਚ ਲੱਖਾਂ ਲੋਕ ਹੋਣਗੇ ਜਿਹੜੇ ਕਹਿੰਦੇ ਹੋਣਗੇ ਕਿ ਅਸੀਂ ਬਿਜਲੀ ਦਾ ਬਿੱਲ ਦੇਣਾ ਚਾਹੁੰਦੇ ਹਾਂ। ਸੋ ਸਰਕਾਰ ਇਹ ਤੈਅ ਕਰੇ ਕਿ ਜਿਹੜੇ ਲੋਕ ਬਿਜਲੀ ਦਾ ਬਿੱਲ ਦੇਣਾ ਚਾਹੁੰਦੇ ਨੇ ਜਾਂ ਦੇਣ ਦੇ ਸਮਰੱਥ ਨੇ, ਦੇ ਸਕਦੇ ਨੇ, ਉਹਨਾਂ ਨੂੰ ਅਪੀਲ ਕਰੇ ਕਿ ਉਹ ਬਿਜਲੀ ਦਾ ਬਿੱਲ ਦੇਣ, ਤਾਂ ਕਿ ਜਿਹੜੇ ਜ਼ਰੂਰਤਮੰਦ ਪੰਜਾਬੀ ਨੇ ਉਹਨਾਂ ਨੂੰ ਭਾਵੇਂ 600 ਯੂਨਿਟ ਦੇ ਤੁਸੀਂ 700 ਯੂਨਿਟ 800 ਯੂਨਿਟ ਕਰ ਦਿਓ, ਪਰ ਜਿਹੜੇ ਦੇ ਸਕਦੇ ਨੇ ਉਹਨਾਂ ਨੂੰ ਜ਼ਰੂਰ ਤੁਸੀਂ ਕੋਈ ਵਿਵਸਥਾ ਬਣਾਓ ਕਿ ਉਹ ਆਪਣਾ ਬਿਜਲੀ ਦਾ ਬਿੱਲ ਦੇ ਸਕਣ, ਕਿਉਂਕਿ ਮੈਂ ਵੀ ਆਪਣਾ ਬਿਜਲੀ ਦਾ ਬਿੱਲ ਦੇਣਾ ਚਾਹੁੰਦਾ। ਹੁਣ ਇੱਕ ਤਾਂ ਗੱਲ ਇਹ ਹੈ। ਦੂਸਰਾ, ਸਰਕਾਰਾਂ ਧਿਆਨ ਰੱਖਣ ਕਿ ਅਸੀਂ ਕਰਜ਼ਾ ਘੱਟ ਤੋਂ ਘੱਟ ਲਈਏ। ਅਸੀਂ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਬਹੁਤ ਐਫੀਸ਼ੀਐਂਟ ਚੰਗਾ ਬਣਾਈਏ। ਜਿਵੇਂ ਕਿਸੇ ਵੇਲੇ ਹਰਜੋਤ ਜੀ 1000 ਰੁਪਏ ਦੇ ਵਿੱਚ ਮੈਂ ਵੀ ਇੱਕ ਮਹੀਨਾ ਕੱਢਦਾ ਸੀ। ਸੋ ਇੱਕ ਵੇਲਾ ਹੁੰਦਾ, ਹੌਲੀ ਹੌਲੀ ਵਿਅਕਤੀ ਹੈ ਜਿਵੇਂ ਜਿਵੇਂ ਉਹ ਆਪਣਾ ਕੰਮਕਾਰ ਕਰਦਾ ਹੈ, ਹੌਲੀ ਹੌਲੀ ਉਹਦੀ ਆਮਦਨ ਦਾ ਸਰੋਤ ਬਣਦਾ ਹੈ। ਅਤੇ ਜਦੋਂ ਬਹੁਤ ਸਾਰੇ ਲੋਕ ਨੇ, ਜਦੋਂ ਸੂਬਾ ਆਪਣੀ ਆਮਦਨ ਦੇ ਸਰੋਤ ਲਈ ਕੰਮ ਕਰੂਗਾ ਤੇ ਆਮਦਨ ਦੇ ਸਰੋਤ ਵਧਣਗੇ। ਸੋ ਸਾਡੀਆਂ ਸਰਕਾਰਾਂ ਸੂਬੇ ਦੀ ਆਮਦਨ ਵਧਾਉਣ ਵਾਲੇ ਪਾਸੇ ਕੰਮ ਕਰਨ, ਸਿਰਫ ਟੈਕਸਾਂ ਵਾਲੇ ਪਾਸੇ ਨਿਗਾਹ ਨਾ ਰੱਖਣ। ਇਕੱਲੇ ਟੈਕਸਾਂ ਦੇ ਸਹਾਰੇ ਮੁਲਕ ਤਰੱਕੀ ਨਹੀਂ ਕਰ ਸਕਦਾ। ਸਰਕਾਰ ਬਹੁਤ ਸਾਰੇ ਸਾਡੇ ਕਿੱਤੇ ਨੇ ਉਹਨਾਂ ਨੂੰ ਪ੍ਰਫੁੱਲਤ ਕਰਨ ਵਾਲੇ ਪਾਸੇ ਭੂਮਿਕਾ ਅਦਾ ਕਰੇ। ਸਾਡੀ ਖੇਤੀਬਾੜੀ ਦੀ ਮਾਰਕੀਟਿੰਗ ਹੋਵੇ। ਬਹੁਤ ਅਪਾਰ ਸੰਭਾਵਨਾਵਾਂ ਨੇ ਸਾਡੀ ਖੇਤੀਬਾੜੀ ਤੋਂ, ਸਾਡੇ ਉਦਯੋਗ ਤੋਂ, ਔਰ ਸਰਕਾਰ ਉਸ ਪਾਸੇ ਚੰਗੀਆਂ ਨੀਤੀਆਂ ਤੇ ਸਹਿਯੋਗ ਵਾਲਾ ਰਵੱਈਆ ਬਣਾਵੇ। ਹੁਣ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਕਰਜ਼ਾ ਵੱਧ ਰਿਹਾ। ਅਗਰ ਪੰਜਾਬ ਤੇ ਕਰਜ਼ਾ ਲਗਾਤਾਰ ਵਧਦਾ ਰਿਹਾ, ਜਿਵੇਂ 5 ਲੱਖ ਕਰੋੜ ਦਾ ਕਰਜ਼ਾ ਭਵਿੱਖ 'ਚ ਹੋਣ ਦੀ ਸੰਭਾਵਨਾ ਹੈ, ਉਹਦੇ ਨਾਲ ਸਾਡਾ ਪੰਜਾਬੀਆਂ ਦਾ ਨੁਕਸਾਨ ਹੋਏਗਾ। ਆਉਂਦੇ ਸਮੇਂ ਦੇ ਵਿੱਚ ਇਹ ਵੀ ਸਥਿਤੀ ਹੋ ਸਕਦੀ ਹੈ ਕਿ ਸਾਨੂੰ ਕਰਜ਼ਾ ਲੈਣ ਦੇ ਵਿੱਚ ਹੀ ਬਹੁਤ ਜ਼ਿਆਦਾ ਦਿੱਕਤਾਂ ਆਉਣ ਜਾਂ ਸਾਨੂੰ ਹੋਰ ਕਰਜ਼ਾ ਮਿਲੇ ਹੀ ਨਾ, ਤੇ ਸਾਨੂੰ ਕੁਝ ਸਾਧਨ ਨੇ ਜਿਹੜੇ ਸਰਕਾਰੀ ਉਹ ਵੇਚਣੇ ਪੈ ਸਕਦੇ ਨੇ ਭਵਿੱਖ 'ਚ। ਇਸ ਕਰਕੇ ਭਗਵੰਤ ਮਾਨ ਉਹਨਾਂ ਨੂੰ ਬਹੁਤ ਸੋਚ ਸਮਝ ਕੇ ਕਰਜ਼ੇ ਵਾਲੇ ਪਾਸੇ ਅੱਗੇ ਵਧਣਾ ਚਾਹੀਦਾ ਹੈ ਔਰ ਕਰਜ਼ਾ ਘੱਟ ਤੋਂ ਘੱਟ ਲੈਣਾ ਚਾਹੀਦਾ ਹੈ। ਔਰ ਮੁਫਤ ਬਿਜਲੀ ਦੀ ਯੋਜਨਾ ਦੇ ਵਿੱਚ ਇਹ ਸੁਝਾਅ ਸਰਕਾਰ ਨੂੰ ਪੇਸ਼ ਕਰਨਾ ਚਾਹੀਦਾ ਹੈ ਕਿ ਜਿਹੜੇ ਲੋਕ ਬਿਜਲੀ ਦਾ ਬਿੱਲ ਤਾਰਨਾ ਚਾਹੁੰਦੇ ਨੇ ਉਹਨਾਂ ਲਈ ਵਿਵਸਥਾ ਬਣੇ ਕਿ ਉਹ ਆਪਣਾ ਬਿਜਲੀ ਦਾ ਬਿੱਲ ਦੇਣ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਯੂਨਿਟ 600 ਤੋਂ ਘੱਟ ਆ ਰਹੇ ਨੇ, ਪਰ ਉਹ ਬਿਜਲੀ ਦਾ ਬਿੱਲ ਦੇਣਾ ਚਾਹੁੰਦੇ ਨੇ। ਮੈਂ ਕਈ ਅਜਿਹੇ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਜਾਣਦਾ। ਸੋ ਮੈਨੂੰ ਲੱਗਦਾ ਇਸ ਪਾਸੇ ਸਰਕਾਰ ਸੋਚੇ। ਉਧਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਲਗਾਤਾਰ ਵਿਰੋਧ ਕੀਤਾ ਗਿਆ ਹੈ ਔਰ ਇਸ ਫੈਸਲੇ ਨੂੰ ਪੰਜਾਬ ਦੇ ਲੋਕਾਂ ਦੇ ਨਾਲ ਧੱਕਾ ਕਰਾਰ ਦਿੱਤਾ ਗਿਆ। ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਵੀ ਮੈਂ ਸੁਣ ਰਿਹਾ ਸੀ, ਅਰਸ਼ਦੀਪ ਕਲੇਰ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵੀ ਮੈਂ ਸੁਣ ਰਿਹਾ ਸੀ, ਉਹਨਾਂ ਨੇ ਵੀ ਆਮ ਆਦਮੀ ਪਾਰਟੀ ਵੱਲੋਂ ਇਸ ਬਿਜਲੀ ਮੁੱਲ ਦੇ ਵਾਅਦੇ ਦਾ ਵਿਰੋਧ ਕੀਤਾ। ਬੀਜੇਪੀ ਨੇ ਵੀ ਸਖਤ ਵਿਰੋਧ ਕੀਤਾ। ਸੋ ਡੱਲਾ ਜੀ, ਗੱਲ ਕਰੀਏ ਤਾਂ ਝੋਨੇ ਦੀ ਬਿਜਾਈ ਦਾ ਸੀਜ਼ਨ ਵੀ ਅੱਗੋਂ ਆਉਣ ਵਾਲਾ ਹੈ। ਆਉਂਦੀ 10 ਜੂਨ ਤੋਂ ਜੋ ਹੈ ਝੋਨੇ ਦੀ ਬਿਜਾਈ ਦਾ ਕੰਮ ਸ਼ੁਰੂ ਹੋ ਜਾਣਾ। ਸੋ 4 ਭਾਗਾਂ ਦੇ ਵਿੱਚ ਵੀ ਵੰਡਿਆ ਗਿਆ ਹੈ ਕੰਮ, ਤੇ ਚਿੰਤਾ ਸਭ ਦੇ ਲਈ ਹੁਣ ਇਹ ਜ਼ਰੂਰ ਬਣੀ ਹੋਈ ਹੈ ਕਿ ਕਿਤੇ ਬਿਜਲੀ ਸੰਕਟ ਤਾਂ ਨਹੀਂ ਇਸ ਸਮੇਂ ਵਿੱਚ ਛਾ ਜਾਏਗਾ। ਕੀ ਤੁਸੀਂ ਕਹਿਣਾ ਚਾਹੋਗੇ? ਹਰਜੋਤ ਜੀ, ਝੋਨੇ ਦੀ ਬਿਜਾਈ ਪੜਾਅਵਾਰ ਜ਼ੋਨ ਬਣਾ ਕੇ, ਭਾਗ ਬਣਾ ਕੇ ਪੰਜਾਬ ਦੇ ਇਸ ਤਰ੍ਹਾਂ ਕੀਤੀ ਜਾਂਦੀ ਹੈ ਔਰ ਇਸ ਵਾਰ 4 ਭਾਗਾਂ 'ਚ ਪੰਜਾਬ ਨੂੰ ਵੰਡਿਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ। ਭਗਵੰਤ ਮਾਨ ਉਹਨਾਂ ਨੇ ਕੱਲ੍ਹ ਇਹਦੇ ਬਾਰੇ ਆਪ ਐਲਾਨ ਕੀਤਾ। 10 ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਹੋ ਜਾਣੀ। 10 ਜੂਨ, 16 ਜੂਨ, 19 ਜੂਨ ਤੇ 21 ਜੂਨ, ਇਹ 4 ਪੜਾਅ ਹੋਣਗੇ ਔਰ 8 ਘੰਟੇ ਦੀ ਬਿਜਲੀ ਸਪਲਾਈ ਹੈ, ਜਿਹੜੀ ਨਿਰਵਿਘਨ ਬਿਜਲੀ ਸਪਲਾਈ ਤੇ ਨਹਿਰੀ ਪਾਣੀ ਹੈ ਜਿਹੜਾ, ਉਹਦੀ ਸੁਵਿਧਾ ਉਪਲਬਧ ਰਹੇਗੀ। ਇਸ ਤਰੀਕੇ ਦੀ ਗੱਲ ਕਹੀ ਗਈ ਹੈ। ਹੁਣ ਜੂਨ ਦੇ ਮਹੀਨੇ ਸਰਕਾਰ ਕਹਿ ਰਹੀ ਹੈ ਕਿ ਸਾਡੇ ਕੋਲੇ 1.5 ਮਹੀਨੇ ਦਾ ਕੋਲਾ ਹੁਣ ਵੀ ਪਿਆ, ਇਸ ਕਰਕੇ ਚਿੰਤਾ ਕਰਨ ਦੀ ਲੋੜ ਨਹੀਂ, ਕਿਉਂਕਿ ਕਈ ਤਰ੍ਹਾਂ ਦੀਆਂ ਚਿੰਤਾਵਾਂ ਨੇ ਵੀ ਕੀ ਇਸ ਵਾਰ ਬਿਜਲੀ ਦੀ ਖਪਤ ਜ਼ਿਆਦਾ ਤਾਂ ਨਹੀਂ ਵਧੇਗੀ। ਬਿਜਲੀ ਦੀ ਖਪਤ ਪਿਛਲੀ ਵਾਰ ਵੀ ਲਗਭਗ 15,000 ਮੈਗਾਵਾਟ ਤੇ ਪਹੁੰਚ ਗਈ ਸੀ, ਜਦੋਂ ਪੀਕ ਲੋਡ ਕਹਿੰਦੇ ਨੇ, ਜਦੋਂ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ। ਜੂਨ ਜੁਲਾਈ ਦਾ ਮਹੀਨਾ ਪੂਰੀ ਲੂ ਚੱਲਦੀ ਹੁੰਦੀ ਹੈ ਜਦੋਂ। ਹੁਣ ਇਸ ਵਾਰ ਵੀ 16,000 ਮੈਗਾਵਾਟ ਤੱਕ 30 ਜੂਨ ਤੱਕ ਡਿਮਾਂਡ ਹੈ ਜਿਹੜੀ ਵੱਧ ਤੋਂ ਵੱਧ ਬਣ ਸਕਦੀ ਹੈ, ਆ ਸਕਦੀ ਹੈ। ਸੋ 16,000 ਮੈਗਾਵਾਟ ਬਿਜਲੀ ਦਾ ਪ੍ਰਬੰਧ ਹੈ ਜਿਹੜਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਣਾ ਹੈ। ਔਰ ਕਿਉਂਕਿ ਇਸ ਵਾਰ ਕੋਲੇ ਦੀ ਕੋਈ ਜ਼ਿਆਦਾ ਦਿੱਕਤ ਹੋਣ ਦੀ ਸੰਭਾਵਨਾ ਨਹੀਂ ਹੈ, ਹੁਣ ਵੀ 1.5 ਮਹੀਨੇ ਦਾ ਕੋਲਾ ਜਿਹੜਾ ਉਹ ਪੰਜਾਬ ਸਰਕਾਰ ਕੋਲੇ ਪਿਆ। ਸੋ ਇਹ ਇੱਕ ਚੰਗਾ ਪ੍ਰਬੰਧ ਹੈ ਜਿਹੜਾ ਸੂਬੇ ਦੇ ਅਫਸਰਾਂ ਨੇ ਔਰ ਬਿਜਲੀ ਕਾਰਪੋਰੇਸ਼ਨ ਵੱਲੋਂ ਕੀਤਾ ਗਿਆ। ਇਹਦੇ ਨਾਲ ਕਾਫੀ ਜਿਹੜਾ ਲਾਹਾ ਹੈ ਉਹ ਹੋ ਸਕਦਾ ਹੈ। ਔਰ ਦੂਸਰਾ, ਇੱਕ ਹੋਰ ਗੱਲ ਭਗਵੰਤ ਮਾਨ ਉਹਨਾਂ ਨੇ
ਬੜੀ ਖਾਸ ਕਹੀ ਹੈ, ਜਿਹੜਾ ਤਜਰਬਾ ਉਹਨਾਂ ਨੇ ਪਿਛਲੇ ਸਾਲ ਵੀ ਕੀਤਾ ਸੀ। ਜਿਨ੍ਹਾਂ ਕਿਸਾਨਾਂ ਨੇ ਜਿਹੜੀ ਡਾਇਰੈਕਟ ਸੋਇੰਗ ਕੀਤੀ ਸੀ, ਸਿੱਧੀ ਬਿਜਾਈ ਕੀਤੀ ਸੀ, DSR ਸਿੱਧੀ ਬਿਜਾਈ ਕਰਨ ਵਾਲਿਆਂ ਨੂੰ ਪਿਛਲੇ ਸਾਲ ਵਾਂਗ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਸਨਮਾਨ ਰਾਸ਼ੀ ਇਸ ਵਾਰ ਵੀ ਦਿੱਤੀ ਜਾਣੀ ਹੈ। ਸੋ ਇਹਦੇ ਨਾਲ ਵੀ ਵੇਖਦੇ ਹਾਂ। ਮੈਨੂੰ ਲੱਗਦਾ 10 ਜੂਨ ਤੋਂ ਝੋਨਾ ਲੱਗਣਾ ਹੈ ਤੇ ਕਿਸਾਨ ਜਥੇਬੰਦੀਆਂ 4 ਪੜਾਵਾਂ 'ਚ ਝੋਨੇ ਦੀ ਬਿਜਾਈ ਨੂੰ ਸਵਾਗਤ ਕਰਨਗੀਆਂ, ਕਿਉਂਕਿ ਪਿਛਲੀ ਵਾਰੀ ਵੀ ਝੋਨਾ ਬੀਜਣ ਦਾ ਤਜਰਬਾ ਚੰਗਾ ਰਿਹਾ। ਸੋ ਇਸ ਵਾਰ ਵੀ ਅਸੀਂ ਪੰਜਾਬ ਨੂੰ 4 ਭਾਗਾਂ ਦੇ ਵਿੱਚ ਵੰਡ ਰਹੇ ਹਾਂ ਤੇ ਝੋਨੇ ਦੀ ਲਵਾਈ ਜਿਹੜੀ ਹੈ, ਝੋਨੇ ਦਾ ਸੀਜ਼ਨ ਜਿਹੜਾ ਹੈ, ਉਹਦੀਆਂ ਡੇਟਾਂ ਜਿਹੜੀਆਂ ਨੇ, ਉਹਦੀਆਂ ਤਰੀਕਾਂ ਜਿਹੜੀਆਂ ਨੇ, ਉਹ ਮੈਂ ਅਨਾਉਂਸ ਕਰਨ ਲੱਗਿਆ ਕਿ ਇਹਨਾਂ ਜ਼ਿਲ੍ਹਿਆਂ 'ਚ ਇੰਨੀ ਤਰੀਕ ਤੱਕ ਝੋਨਾ ਲੱਗੂਗਾ। ਉਸ ਹਿਸਾਬ ਨਾਲ ਤੁਹਾਨੂੰ ਬਿਜਲੀ ਵੀ ਜਿਹੜੀ ਹੈ ਪੂਰੀ ਦਿੱਤੀ ਜਾਊਗੀ। ਸਭ ਤੋਂ ਪਹਿਲਾ ਜ਼ੋਨ ਹੈਗਾ ਜੋ ਬਾਰਡਰ ਦੇ ਨਾਲ ਤਾਰ ਹੈ, ਤਾਰ ਦੇ ਪਰਲੇ ਪਾਸੇ, ਜੋ ਤਾਰ ਦੇ ਪਰਲੇ ਪਾਸੇ, ਤਾਰ ਦੇ ਪਾਰ ਜਿਹੜੇ ਖੇਤ ਨੇ, ਉਹ 10 ਜੂਨ ਤੋਂ ਝੋਨੇ ਦੀ ਬਿਜਾਈ ਕਰ ਸਕਦੇ ਨੇ। ਜਿੰਨੇ ਵੀ ਤਾਰ ਤੋਂ ਪਾਰ ਦੇ ਖੇਤ ਨੇ, ਤੇ ਉਹਨਾਂ ਨੂੰ ਜਿਹੜੀ ਬਿਜਲੀ ਹੈ ਉਹ ਵੀ ਦਿਨੇ ਦਿੱਤੀ ਜਾਊਗੀ, ਕਿਉਂਕਿ ਰਾਤ ਨੂੰ ਜਿਹੜੇ ਬਾਰਡਰ ਏਰੀਆ ਹੋਣ ਕਰਕੇ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ। ਸੋ ਕਿਸਾਨਾਂ ਨੇ ਸਾਨੂੰ ਇਹ ਸੁਝਾਅ ਦਿੱਤਾ ਸੀ ਤੇ ਉਹਨੂੰ ਮੰਨਦੇ ਹੋਏ ਅਸੀਂ 10 ਜੂਨ ਤੋਂ ਤਾਰ ਦੇ ਪਾਰ ਝੋਨੇ ਦੀ ਬਿਜਾਈ ਦੀ ਸ਼ੁਰੂਆਤ ਹੋਊਗੀ ਤੇ ਦਿਨੇ ਬਿਜਲੀ ਮਿਲੂਗੀ ਉਹਨਾਂ ਨੂੰ 8 ਘੰਟੇ ਜਾਂ 8 ਤੋਂ ਵੱਧ ਵੀ ਮਿਲ ਸਕਦੀ ਹੈ। ਫਿਰ ਹੈਗਾ ਜੀ 16 ਜੂਨ ਨੂੰ ਜਿਹੜੇ 7 ਜ਼ਿਲ੍ਹੇ ਅਸੀਂ ਚੁਣੇ ਨੇ, 16 ਜੂਨ ਤੋਂ ਲੈ ਕੇ 16, 17, 18 ਮਤਲਬ ਉਹ ਝੋਨਾ ਲਾਉਣਗੇ। ਉਹ ਜ਼ਿਲ੍ਹੇ ਨੇ ਫਿਰੋਜ਼ਪੁਰ, ਫਰੀਦਕੋਟ, ਪਠਾਨਕੋਟ, ਸ਼੍ਰੀ ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਸ਼ਹੀਦ ਭਗਤ ਸਿੰਘ ਨਗਰ, ਤਰਨਤਾਰਨ। ਇਹ 7 ਜ਼ਿਲ੍ਹੇ 16 ਜੂਨ ਤੋਂ ਝੋਨੇ ਦੀ ਜਿਹੜੀ ਬਿਜਾਈ ਕਰਨਗੇ। ਇਹਨਾਂ ਨੂੰ 16 ਜੂਨ ਤੋਂ ਜਿਹੜੀ ਹੈ ਬਿਜਲੀ ਜਿਹੜੀ ਹੈ ਉਹ ਉਸ ਹਿਸਾਬ ਨਾਲ 8 ਘੰਟੇ ਤੇ 8 ਘੰਟੇ ਤੋਂ ਉੱਪਰ ਵੀ ਮਿਲੂਗੀ। ਨਾਲ ਨਹਿਰੀ ਪਾਣੀ ਵੀ ਨਾਲ ਹੋਊਗਾ, ਜਿੱਥੇ ਵੀ ਨਹਿਰੀ ਪਾਣੀ ਦੀ ਸੁਵਿਧਾ ਹੈਗੀ। 19 ਜੂਨ ਨੂੰ ਤੀਜਾ ਭਾਗ ਹੈ, ਜਿਹਦੇ ਵਿੱਚ ਰੂਪਨਗਰ, ਰੋਪੜ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ, ਕਪੂਰਥਲਾ, ਲੁਧਿਆਣਾ, ਫਾਜ਼ਿਲਕਾ, ਬਠਿੰਡਾ ਤੇ ਅੰਮ੍ਰਿਤਸਰ। ਇਹ 7 ਜ਼ਿਲ੍ਹੇ ਜਿਹੜੇ ਨੇ ਉਹ 19 ਜੂਨ ਤੋਂ ਝੋਨੇ ਦੀ ਬਿਜਾਈ ਕਰਨਗੇ। ਤੇ 21 ਜੂਨ ਤੋਂ ਜਿਹੜੇ 9 ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਪਟਿਆਲਾ, ਜਲੰਧਰ, ਸ਼੍ਰੀ ਮੁਕਤਸਰ ਸਾਹਿਬ, ਹੁਸ਼ਿਆਰਪੁਰ, ਸੰਗਰੂਰ, ਮਲੇਰਕੋਟਲਾ, ਬਰਨਾਲਾ, ਮਾਨਸਾ, ਇਹ 9 ਜ਼ਿਲ੍ਹੇ ਜਿਹੜੇ ਨੇ ਉਹ 21 ਜੂਨ ਤੋਂ ਝੋਨੇ ਦੀ ਬਿਜਾਈ ਕਰਨਗੇ। ਉਧਰ ਸੁਖਬੀਰ ਸਿੰਘ ਬਾਦਲ ਨੇ ਵੀ ਟਵੀਟ ਕੀਤਾ। ਉਹਨਾਂ ਨੇ ਲਿਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼੍ਰੀ ਦਰਬਾਰ ਸਾਹਿਬ ਤੇ ਸ਼੍ਰੀ ਦੁਰਗਿਆਨਾ ਮੰਦਿਰ 30 ਪੈਸੇ ਪ੍ਰਤੀ ਯੂਨਿਟ ਉੱਥੋਂ ਦਾ ਜਿਹੜਾ ਬਿਜਲੀ ਦਾ ਪ੍ਰਤੀ ਯੂਨਿਟ ਮੁੱਲ ਹੈ ਉਹ ਵਧਾਇਆ। ਅਸੀਂ ਉਹਦਾ ਵਿਰੋਧ ਕਰਦੇ ਹਾਂ, ਇਹ ਵਾਪਸ ਹੋਣਾ ਚਾਹੀਦਾ। ਮੈਨੂੰ ਲੱਗਦਾ ਕਿ ਇਹ ਗੱਲ ਜਿਵੇਂ ਹੀ ਭਗਵੰਤ ਮਾਨ ਹੁਣਾਂ ਤੱਕ ਗਈ ਹੋਣੀ, ਪਹੁੰਚ ਗਈ ਹੋਣੀ, ਇਹਦੀ ਵਾਪਸੀ ਦਾ ਫੈਸਲਾ ਆ ਸਕਦਾ ਹੈ। ਪਹਿਲਾਂ ਵੀ GST ਦੇ ਮਸਲੇ ਦੇ ਉੱਤੇ ਕਈ ਵਾਰੀ ਸਰਕਾਰਾਂ ਨੇ ਆਪਣੇ ਫੈਸਲੇ ਵਾਪਸ ਲਏ ਨੇ। ਸੋ ਡੱਲਾ ਜੀ, ਅਗਲੀ ਖਬਰ ਦੇ ਉੱਪਰ ਗੱਲ ਕਰੀਏ ਤਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 18 ਮਈ ਨੂੰ ਰਾਜਪਾਲ ਨੂੰ ਜਿਹੜੇ ਹੈ ਪਰਫਾਰਮੇ ਸੌਂਪਣ ਦਾ ਕੰਮ ਸ਼ੁਰੂ ਹੋਣਾ ਹੈ। ਤਕਰੀਬਨ 25 ਲੱਖ ਲੋਕਾਂ ਨੇ ਇਹ ਪਰਫਾਰਮੇ ਜਿਹੜੇ ਆ ਭਰੇ ਨੇ, ਜਿਹੜੇ ਸੌਂਪੇ ਜਾਣੇ ਨੇ ਕੜੀ ਦਰ ਕੜੀ ਰਾਜਪਾਲ ਨੂੰ। ਸੋ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹਰਜੋਤ ਜੀ, ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲਗਭਗ 25 ਲੱਖ ਪਰਫਾਰਮੇ ਭਰਵਾ ਚੁੱਕੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਬਹੁਤ ਸਾਰੇ ਬੰਦੀ ਸਿੰਘ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ, ਉਹਨਾਂ ਦੀ ਰਿਹਾਈ ਲਈ 25 ਲੱਖ ਪਰਫਾਰਮੇ ਨੇ। ਔਰ 18 ਮਈ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਪ੍ਰੋਫੈਸਰ ਹਰਜਿੰਦਰ ਸਿੰਘ ਧਾਮੀ, ਉਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਗਵਰਨਰ ਨੂੰ ਇਹ ਪਰਫਾਰਮੇ ਸੌਂਪਣ ਦਾ ਸਿਲਸਿਲਾ ਜਿਹੜਾ ਇਹ ਸ਼ੁਰੂ ਹੋਣਾ ਹੈ, ਤਾਂ ਕਿ ਉਹਨਾਂ ਦੇ ਜ਼ਰੀਏ, ਮੰਗ ਪੱਤਰ ਦੇ ਜ਼ਰੀਏ ਭਾਰਤ ਸਰਕਾਰ ਤੱਕ 25 ਲੱਖ ਲੋਕਾਂ ਦੀਆਂ ਭਾਵਨਾਵਾਂ ਭੇਜੀਆਂ ਜਾ ਸਕਣ। ਪਹਿਲਾਂ ਇਹ 27 ਅਪ੍ਰੈਲ ਨੂੰ ਪ੍ਰੋਗਰਾਮ ਰੱਖਿਆ ਗਿਆ ਸੀ, ਪਰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੁਨੀਆ ਤੋਂ ਚਲੇ ਗਏ, ਜਿਸ ਤੋਂ ਬਾਅਦ ਇਹ ਪ੍ਰੋਗਰਾਮ ਹੈ ਜਿਹੜਾ ਇਹ ਮੁਲਤਵੀ ਕੀਤਾ ਗਿਆ ਸੀ। ਸੋ ਡੱਲਾ ਜੀ, ਪ੍ਰੋਗਰਾਮ ਦੇ ਅਖੀਰ ਵਿੱਚ ਹੋਰ ਕਿਹੜੀਆਂ ਵੱਡੀਆਂ ਖਬਰਾਂ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਨਾ ਚਾਹੋਗੇ? ਤੇ ਅਖੀਰ 'ਚ
ਕੁਝ ਖਾਸ ਪੋਲੀਟੀਕਲ ਰਿਐਕਸ਼ਨ ਨੇ ਹਰਜੋਤ ਜੀ, ਇੱਕ ਵਾਰੀ ਉਹ ਜ਼ਰੂਰ ਸੁਣਾ ਦਿਓ। ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜਾ ਅੱਜ ਬਿਜਲੀ ਦੀਆਂ ਦਰਾਂ 'ਚ ਵਾਧਾ ਕੀਤਾ ਹੈ, ਉਹ ਪੰਜਾਬ ਦੀ ਜਨਤਾ ਨਾਲ ਸਰਾਸਰ ਧੋਖਾਧੜੀ ਹੈ, ਫਰਾਡ ਹੈ, ਫਰੇਬ ਹੈ। ਇਹ ਸਰਕਾਰ ਜਦੋਂ ਤੋਂ ਪੰਜਾਬ 'ਚ ਬਣੀ ਹੈ ਭਗਵੰਤ ਮਾਨ ਸਾਹਿਬ ਦੀ, ਉਦੋਂ ਤੋਂ ਇਹ ਲੋਕ ਮਾਰੂ ਨੀਤੀਆਂ ਤੇ ਚੱਲ ਰਹੀ ਹੈ। ਔਰ ਬਦਕਿਸਮਤੀ ਦੀ ਗੱਲ ਇਹ ਹੈ ਕਿ ਜਲੰਧਰ ਦੀਆਂ ਜ਼ਿਮਨੀ ਚੋਣਾਂ ਜਿੱਤਣ ਦੇ ਤੁਰੰਤ ਬਾਅਦ ਇਹਨਾਂ ਨੇ ਹੰਕਾਰ ਚਾ ਕਰਕੇ ਜਿਸ ਪ੍ਰਕਾਰ ਦੀ ਇਹ ਲੋਕ ਮਾਰੂ ਨੀਤੀ ਬਣਾਈ ਆ, ਉਹਦੀ ਅਸੀਂ ਸਖਤ ਨਿਖੇਧੀ ਕਰਦੇ ਹਾਂ ਔਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਬਿਜਲੀ ਦਰਾਂ ਦੇ ਵਾਧੇ ਨੂੰ ਤੁਰੰਤ ਵਾਪਸ ਲਏ। ਔਰ ਯਾਦ ਦਿਲਾਉਣਾ ਚਾਹੁੰਦੇ ਹਾਂ ਭਗਵੰਤ ਮਾਨ ਸਾਹਿਬ ਨੂੰ ਕਿ ਉਹਨਾਂ ਨੇ ਤੇ ਗਰੰਟੀ ਦਿੱਤੀ ਸੀ ਕਿ ਪੰਜਾਬ ਦੇ ਸਾਰੇ ਕੰਜ਼ਿਊਮਰਸ ਨੂੰ 600 ਯੂਨਿਟ ਤੱਕ ਫ੍ਰੀ ਬਿਜਲੀ ਦਿਆਂਗੇ। ਅੱਜ ਬਹੁਤ ਵੱਡਾ ਫਰਕ ਹੈ, 600 ਯੂਨਿਟ ਵਾਲੇ ਦਾਇਰੇ ਤੋਂ ਬਾਹਰ ਆ ਤੇ ਉਹਨਾਂ ਦਾ ਤੁਸੀਂ ਬੋਝ ਹੋਰ ਵਧਾਤਾ। ਤੁਸੀਂ ਗਰੰਟੀ ਦਿੱਤੀ ਸੀ ਕਿ ਇੰਡਸਟਰੀ ਨੂੰ 5 ਰੁਪਏ ਪਰ ਯੂਨਿਟ ਬਿਜਲੀ ਦਿਆਂਗੇ, ਤੁਸੀਂ ਬੋਝ ਹੋਰ ਵਧਾਤਾ। ਸੋ ਇਹ ਲੋਕ ਮਾਰੂ ਨੀਤੀਆਂ ਤੋਂ ਸਰਕਾਰ ਬਾਜ ਆਏ। ਭਾਰਤੀ ਜਨਤਾ ਪਾਰਟੀ ਇਹਦੀ ਸਖਤ ਨਿਖੇਧੀ ਕਰਦੀ ਆ ਔਰ ਜੇ ਸਰਕਾਰ ਆਪਣੀਆਂ ਨੀਤੀਆਂ ਤੇ ਕਾਇਮ ਰਹੀ ਤੇ ਇੱਕ ਵੱਡਾ ਸੰਘਰਸ਼ ਪੰਜਾਬ 'ਚ ਵਿੱਢਿਆ ਜਾਏਗਾ। ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਖਾਸ ਖਬਰਾਂ ਦੇ ਉੱਪਰ ਆਪਣਾ ਐਨਾਲਿਸਿਸ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ। ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ, ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ।